ਮਿਸ਼ਨ ਪੰਜਾਬੀ। ਅੱਜ ਦੇ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਕਈ ਦਿਹਾੜੇ ਬੜੇ ਪੂਜਨੀਕ ਤੇ ਸ਼ਰਧਾਮਈ ਹੁੰਦੇ ਹੈ। ਜਿਵੇਂ ਆਪਾਂ ਗੱਲ ਕਰ ਲਈਏ ਚਾਰ ਸਾਹਿਬਜ਼ਾਦਿਆਂ ਤੇ ਉਹਨਾਂ ਦੇ ਨਾਲ ਹੋਰ ਸਿੰਘਾਂ ਨੇ ਜਿਵੇਂ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਰੱਖੀ, ਹਾਕਮਾਂ ਦੀ ਈਨ ਨਹੀਂ ਮੰਨੀ। ਉਹਨਾਂ ਪ੍ਰਤੀ ਸ਼ਰਧਾ ਵਜੋਂ ਜਿੱਥੇ ਇਸ ਪੁਰਬ ਉੱਤੇ ਦੇਸ਼ ਵਿਦੇਸ਼ ਦੀ ਸੰਗਤ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀ ਹੈ, ਉੱਥੇ ਨਾਲ ਇਹ ਐਦ ਵੀ ਲੈ ਰਹੀ ਹੈ ਕਿ ਜ਼ੁਲਮ ਦੇ ਖਿਲਾਫ ਜਿਵੇਂ ਪੁਰਖਿਆਂ ਨੇ ਸ਼ਹਾਦਤਾਂ ਦਿੱਤੀਆਂ, ਲੜਾਈ ਲੜੀ, ਉਸ ਨਿਰੰਤਰ ਪ੍ਰਵਾਹ ਨੂੰ ਅੱਗੇ ਤੋਰੀ ਰੱਖਣਾ ਹੈ। ਤੇ ਬੜੇ ਧਾਰਮਿਕ ਜਲੋ ਨਾਲ ਇਹ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ, ਸਜਦੇ ਕੀਤੇ ਜਾ ਰਹੇ ਹੈ। ਤੇ ਜੇ ਆਪਾਂ ਗੱਲ ਕਰੀਏ ਸਰਕਾਰੀ ਪ੍ਰਸ਼ਾਸਕੀ ਲਿਹਾਜ਼ ਤੋਂ ਤਾਂ ਲੰਘੇ ਕੱਲ ਸਾਡੇ ਦੇਸ਼ ਦਾ ਕੌਮੀ ਕਿਸਾਨ ਦਿਵਸ ਸੀ, ਪਰੰਤੂ ਅਫਸੋਸ ਇਹ ਹੈ ਕਿ ਕੌਮੀ ਕਿਸਾਨ ਦਿਵਸ ਸਿਰਫ ਪਾਰਲੀਮੈਂਟ ਦੇ ਵਿੱਚ ਹੀ ਮਨਾਇਆ ਗਿਆ, ਉਹ ਵੀ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ। ਹਾਲਾਂਕਿ ਚੌਧਰੀ ਚਰਨ ਸਿੰਘ ਦੇ ਜੀਵਨ ਕਾਲ ਦੇ ਵਿੱਚ ਜਿਵੇਂ ਉਹਨਾਂ ਦੇਸ਼ ਦੇ ਕਿਸਾਨਾਂ ਲਈ ਪਾਰਲੀਮੈਂਟ ਦੇ ਵਿੱਚ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖੀ, ਕਿਉਂਕਿ ਚੌਧਰੀ ਚਰਨ ਸਿੰਘ ਕਿਸਾਨਾਂ ਦੇ ਇੱਕ ਮਸੀਹਾ ਵਜੋਂ ਵੀ ਜਾਣੇ ਜਾਂਦੇ ਰਹੇ। ਉਹ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਹੋਰ ਪੇਚੀਦਗੀਆਂ ਨੂੰ ਬੜੀ ਨੇੜਿਓਂ ਜਾਣਦੇ ਸਨ, ਲਿਹਾਜ਼ਾ ਉਹ ਹਰ ਸਮੇਂ ਜਿਹੜੀ ਪਾਰਲੀਮੈਂਟ ਦੇ ਵਿੱਚ ਕਿਸਾਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਰਹੇ। ਤੇ ਜਦੋਂ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਅਵਸਰ ਮਿਲਿਆ ਤਾਂ ਉਹਨਾਂ ਉਸ ਵੇਲੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕਈ ਫੈਸਲੇ ਲਏ, ਕਿਸਾਨੀ ਹੱਕ ਨੂੰ ਅੱਗੇ ਤੋਰਨ ਲਈ ਕਈ ਤਰ੍ਹਾਂ ਦੀਆਂ ਨਵੀਆਂ ਲੀਹਾਂ ਵੀ ਪਾਈਆਂ। ਤੇ ਉਸ ਮਗਰੋਂ 2001 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਨਾਂ ਹੇਠ ਕਹਿ ਲਈਏ ਕਿ ਉਹਨਾਂ ਦੇ ਜੀਵਨ ਕਾਲ ਦੇ ਕੰਮਾਂ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਹਾੜੇ ਉੱਤੇ ਕੌਮੀ ਕਿਸਾਨ ਦਿਵਸ ਮਨਾਉਣ ਦਾ ਫੈਸਲਾ ਲਿਆ ਸੀ, ਪਰੰਤੂ ਲੰਘੇ ਕੱਲ ਇਹ ਦਿਨ ਲੰਘ ਚੁੱਕਾ ਹੈ। ਤੇ ਆਪਾਂ ਵੇਖਿਆ ਹੀ ਹੈ ਜਾਂ ਗੱਲ ਕੀਤੀ ਹੈ ਕਿ ਸਿਰਫ ਪਾਰਲੀਮੈਂਟ ਦੇ ਵਿੱਚ ਇੱਕ ਮਾਮੂਲੀ ਰਸਮ ਹੀ ਹੋਈ ਕਿ ਚੌਧਰੀ ਚਰਨ ਸਿੰਘ ਨੂੰ ਯਾਦ ਕੀਤਾ ਗਿਆ, ਜਦੋਂ ਕਿ ਕੌਮੀ ਕਿਸਾਨ ਦਿਵਸ ਉੱਤੇ ਦੇਸ਼ ਦੀ ਸਰਕਾਰ ਨੇ ਜਾਂ ਰਾਜਾਂ ਦੀਆਂ ਸਰਕਾਰਾਂ ਨੇ ਉਸ ਕਦਰ ਕੋਈ ਐਦ ਨਹੀਂ ਲਿਆ ਕਿ ਕਿਵੇਂ ਜਿਹੜੀ ਕਿਸਾਨੀ ਅੱਜ ਫੇਰ ਵੱਡੇ ਸੰਕਟ ਦੇ ਵਿੱਚ ਹੈ, ਉਸ ਨੂੰ ਕਿਵੇਂ ਬਾਹਰ ਲੈ ਕੇ ਜਾਣਾ ਹੈ। ਹਾਲਾਂਕਿ ਜਦੋਂ ਕਿਸੇ ਨਾਂ ਉੱਤੇ ਕੋਈ ਦਿਹਾੜਾ ਸਥਾਪਿਤ ਕੀਤਾ ਜਾਂਦਾ ਹੈ ਤਾਂ ਉਹਦਾ ਮਤਲਬ ਇਹੀ ਹੈ ਕਿ ਉਸ ਵਰਗ ਨੂੰ ਉੱਪਰ ਲੈ ਕੇ ਜਾਣਾ ਹੈ। ਤੇ ਸਾਲ ਬਾਅਦ ਉਸ ਵਰਗ ਦਾ ਜਦੋਂ ਦਿਹਾੜਾ ਆਏਗਾ, ਰਾਸ਼ਟਰ ਵੱਲੋਂ ਵੱਖਰੀਆਂ ਵੱਖਰੀਆਂ ਸਕੀਮਾਂ ਲਿਖੀਆਂ ਜਾਣਗੀਆਂ, ਉਹਨਾਂ ਉੱਤੇ ਪਹਿਰੇਦਾਰੀ ਕੀਤੀ ਜਾਏਗੀ ਤਾਂ ਕਿ ਜਿਹੜਾ ਉਹ ਦਿਨ ਹੈ ਉਹ ਇਸ ਤਰ੍ਹਾਂ ਦਾ ਸੁਸ਼ੋਭਿਤ ਹੋਏ ਕਿ ਉਸ ਦਿਨ ਦੇ ਵਿੱਚੋਂ ਵੀ ਇੱਕ ਵੱਖਰੀ ਤਰ੍ਹਾਂ ਦੀ ਮਹਿਕ ਆਵੇ, ਸੁਗੰਧ ਆਵੇ। ਪਰੰਤੂ ਆਪਾਂ ਕਿਸਾਨੀ ਸੰਦਰਭ ਦੇ ਵਿੱਚ ਜੇਕਰ ਵੇਖੀਏ ਤਾਂ ਲੰਘੇ ਕੱਲ ਸਾਡੇ ਦੇਸ਼ ਜਾਂ ਰਾਸ਼ਟਰ ਦਾ ਕੌਮੀ ਕਿਸਾਨ ਦਿਵਸ ਸੀ। ਮੀਡੀਆ ਰਿਪੋਰਟਾਂ ਨੂੰ ਜੇਕਰ ਘੋਖੀਏ, ਝਾਤ ਮਾਰੀਏ ਤਾਂ ਕਿਤੇ ਅਜਿਹੀ ਕੋਈ ਪ੍ਰਮੁੱਖਤਾ ਨਾਲ ਖਬਰ ਸਾਹਮਣੇ ਨਹੀਂ ਆਈ ਕਿ ਕਿਸੇ ਰਾਜ ਨੇ ਕੌਮੀ ਜਿਹੜਾ ਕਿਸਾਨ ਦਿਵਸ ਹੈ ਉਸ ਨੂੰ ਮਨਾਉਣ ਲਈ ਖਾਸ ਅਚੇਤ ਕੀਤਾ ਹੋਵੇ। ਕੇਂਦਰ ਸਰਕਾਰ ਨੇ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਲਈਏ ਕਿ ਕਿਸੇ ਕਿਸਮ ਦਾ ਕੋਈ ਅਚੇਤ ਸਾਹਮਣੇ ਨਹੀਂ ਆਇਆ, ਬਲਕਿ ਕਿਸੇ ਰਾਜ ਸਰਕਾਰ ਨੇ ਵੀ ਅਜਿਹਾ ਚੇਚ ਨਹੀਂ ਕੀਤਾ। ਜੇ ਆਪਾਂ ਗੱਲ ਕਰ ਲਈਏ ਕਿ ਸਾਡਾ ਦੇਸ਼ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਤੇ ਜੇਕਰ ਕੌਮੀ ਕਿਸਾਨ ਦਿਵਸ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ, ਖੇਤੀਬਾੜੀ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਿਵੇਂ ਅੱਗੇ ਲੈ ਕੇ ਤੋਰਨਾ, ਕਿਵੇਂ ਇਹਨਾਂ ਨੂੰ ਲਾਹੇਵੰਦ ਧੰਦੇ ਦੇ ਵਿੱਚ ਲੈ ਕੇ ਰਾਸ਼ਟਰ ਨੇ ਮਾਮਲਾ ਕਿਵੇਂ ਕੌਮਾਂਤਰੀ ਪੱਧਰ ਤੱਕ ਅੱਗੇ ਲੈ ਕੇ ਜਾਣਾ ਹੈ, ਕਿਸਾਨ ਦੀ ਕਿਵੇਂ ਜਿਹੜੀ ਵੁਕਤ ਹੈ ਉਸ ਨੂੰ ਹੋਰ ਪ੍ਰਚੰਡ ਕਰਨਾ ਹੈ। ਅਜਿਹੀਆਂ ਸਾਰੀਆਂ ਗੱਲਾਂ ਕਿਉਂਕਿ ਇੱਕ ਜਿਹੜਾ ਕੌਮੀ ਦਿਨ ਹੁੰਦਾ ਉਹਦੇ ਵਿੱਚ ਛੁਪੀਆਂ ਹੁੰਦੀਆਂ ਨੇ।
ਆਪਾਂ ਵਾਰ-ਵਾਰ ਇਹੀ ਗੱਲਾਂ ਜ਼ਿਕਰ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਹਿ ਲਈਏ ਕਿ ਸਾਡੇ ਰਾਸ਼ਟਰ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਸ ਵੱਲੋਂ ਤਾਂ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਲਿਖਿਆ ਗਿਆ ਜਿਸ ਤੋਂ ਇਹ ਜ਼ਾਹਰ ਹੋਵੇ ਕਿ ਸਾਡੇ ਦੇਸ਼ ਦੀ ਸਰਕਾਰ ਕਿਸਾਨਾਂ ਪ੍ਰਤੀ ਸੰਜੀਦਾ ਹੈ। ਤੇ ਆਪਾਂ ਅੱਗੇ ਗੱਲ ਕਰ ਲਈਏ ਕਿ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੂਬਿਆਂ ਦੇ ਵਿੱਚੋਂ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਉਹ ਪੰਜਾਬ ਹੀ ਹੈ, ਪਰੰਤੂ ਪੰਜਾਬ ਨੂੰ ਜੇਕਰ ਆਪਾਂ ਘੋਖੀਏ ਝਾਤ ਮਾਰੀਏ ਤਾਂ ਲੰਘੇ ਕੱਲ੍ਹ ਦਾ ਦਿਨ ਕੌਮੀ ਕਿਸਾਨ ਦਿਵਸ ਨਾਲ ਸੰਬੰਧਿਤ ਸਰਕਾਰੀ ਪੱਧਰ ਉੱਤੇ ਅਜਿਹਾ ਕੋਈ ਵੀ ਪ੍ਰੋਗਰਾਮ ਸਾਹਮਣੇ ਨਹੀਂ ਆਇਆ, ਬਲਕਿ ਉਲਟਾ ਸਗੋਂ ਕਿਸਾਨ ਆਪਣੀਆਂ ਮੰਗਾਂ ਮਸਲਿਆਂ ਲਈ ਕਈ ਥਾਈਂ ਪੰਜਾਬ ਦੇ ਵਿੱਚ ਧਰਨਿਆਂ ਦੇ ਵਿੱਚ ਮਸਰੂਫ ਜ਼ਰੂਰ ਵੇਖੇ ਗਏ। ਇੱਥੇ ਇੱਕ ਸਵਾਲ ਉੱਠਦਾ ਹੈ ਕਿ ਸਰਕਾਰਾਂ ਵੱਲੋਂ ਕੌਮੀ ਕਿਸਾਨ ਦਿਵਸ ਪ੍ਰਤੀ ਕੋਈ ਤਵੱਕੋ ਜਾਂ ਤਵੱਜੋ ਕਿਉਂ ਨਹੀਂ ਦਿੱਤੀ ਗਈ, ਕਿ ਅਜਿਹਾ ਜਾਣਬੁੱਝ ਕੇ ਕੀਤਾ ਹੈ ਕਿ ਇਸ ਵਰਗ ਪ੍ਰਤੀ ਕੋਈ ਖਾਸ ਧਿਆਨ ਦੇਣ ਦੀ ਲੋੜ ਨਹੀਂ, ਜਾਂ ਸਰਕਾਰਾਂ ਇਹ ਸਮਝਦੀਆਂ ਹਨ ਕਿ ਕਿਸਾਨ ਵਰਗ ਦੇ ਜਿਹੜੇ ਮਸਲੇ ਹਨ ਉਹ ਇੰਨੇ ਪੇਚੀਦੇ ਹਨ ਉਹ ਹੱਲ ਹੋ ਹੀ ਨਹੀਂ ਸਕਦੇ, ਜਾਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਸ ਵਰਗ ਦੇ ਕਹਿ ਲਈਏ ਕਿ ਕੌਮੀ ਕਿਸਾਨ ਵਰਗ ਨਾਲ ਸੰਬੰਧਿਤ ਵਰਗ ਦੇ ਜਿਹੜੇ ਮਸਲੇ ਹਨ, ਸਮੱਸਿਆਵਾਂ ਹਨ, ਮੁਸ਼ਕਲਾਂ ਹਨ ਉਹ ਹੱਲ ਹੋਣ। ਕਿਸਾਨੀ ਮੰਗਾਂ ਤੇ ਮਸਲਿਆਂ ਲਈ ਕਿਸਾਨ ਲੰਮੇ ਚਿਰ ਤੋਂ ਕਹਿ ਲਈਏ ਕਿ ਦਹਾਕਿਆਂ ਤੋਂ ਆਪਣੀ ਲੜਾਈ ਲੜ ਰਿਹਾ ਹੈ, ਸੰਘਰਸ਼ ਦੇ ਵਿੱਚ ਡਟਿਆ ਹੋਇਆ ਹੈ। ਕਿਸਾਨਾਂ ਨਾਲ ਸੰਬੰਧਿਤ ਅਜਿਹੇ ਸਾਰੇ ਇਸ਼ੂ ਦਾ ਮੁੱਦੇ ਦਾ ਸਰਕਾਰਾਂ ਭਲੀ ਭਾਂਤ ਜਾਣੂ ਵੀ ਹਨ, ਤੇ ਸਵਾਲ ਫਿਰ ਮੁੜ ਉਗੜਦਾ ਹੈ ਕਿ ਕੌਮੀ ਕਿਸਾਨ ਦਿਵਸ ਜਿਸ ਨੂੰ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਪ੍ਰਚਾਰਨਾ ਸੀ, ਉਭਾਰਨਾ ਸੀ, ਉਸ ਉੱਤੇ ਲੰਘੇ ਕੱਲ੍ਹ ਸਰਕਾਰੀ ਤੰਤਰ ਮੰਤਰ ਕਿਉਂ ਚੁੱਪ ਰਿਹਾ ਹੈ ਤੇ ਕਿਉਂ ਚੁੱਪ ਰਿਹਾ, ਇਹ ਇੱਕ ਵੱਡਾ ਸਵਾਲ ਹੈ। ਹਾਲਾਂਕਿ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਕੌਮੀ ਪੱਧਰ ਉੱਤੇ ਦਿਨ ਹੁੰਦੇ ਹੈ ਉਹਨਾਂ ਪ੍ਰਤੀ ਸਰਕਾਰਾਂ ਵੱਲੋਂ ਜਿਹੜੀ ਰਣਨੀਤੀ ਹੈ ਉਹ ਕਈ ਮਹੀਨੇ ਪਹਿਲਾਂ ਉਲੀਕ ਲਈ ਜਾਂਦੀ ਹੈ। ਮੰਨ ਲਓ ਕਿ ਪਿਛਲੇ ਕੁਝ ਦਿਨਾਂ ਤੱਕ ਕੌਮੀ ਕਿਸਾਨ ਦਿਵਸ ਪ੍ਰਤੀ ਸਰਕਾਰਾਂ ਵੱਲੋਂ ਕਿਸੇ ਕਿਸਮ ਦੀ ਕੋਈ ਰਣਨੀਤੀ ਨਹੀਂ ਉਲੀਕੀ ਕਿ ਇਸ ਪ੍ਰੋਗਰਾਮ ਨੂੰ, ਕੌਮੀ ਦਿਹਾੜੇ ਨੂੰ ਕਿਸ ਪੱਧਰ ਉੱਤੇ ਕਿਵੇਂ ਮਨਾਉਣਾ ਹੈ, ਤਾਂ ਇੱਕ ਦਿਨ ਹੀ ਬਹੁਤ ਹੋਣਾ ਸੀ ਜੇਕਰ ਸਰਕਾਰਾਂ ਇਸ ਮਸਲੇ ਉੱਤੇ ਕੋਈ ਇੱਕ ਵੀ ਗੱਲ ਕਰਦੀਆਂ। ਪਰੰਤੂ ਅਫਸੋਸ ਜੇਕਰ ਆਪਾਂ ਕਿਸਾਨੀ ਲਹਿਜੇ ਵੱਲੋਂ ਗੱਲ ਕਰ ਲਈਏ, ਕਿਸਾਨੀ ਚਿੰਤਕਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਵੱਲੋਂ ਸਿਰਫ ਇਹੀ ਕਹਿਣਾ ਹੈ ਕਿ ਅਫਸੋਸ ਕਿ ਅੰਨਦਾਤੇ ਪ੍ਰਤੀ ਸਰਕਾਰਾਂ ਅੱਜ ਕੱਲ੍ਹ ਖਾਮੋਸ਼ ਰਹਿਣਾ ਹੀ ਪਸੰਦ ਕਰ ਰਹੀਆਂ ਹਨ। ਕਿਸਾਨੀ ਦੇ ਇਸ ਮਸਲੇ ਨੂੰ ਕਹਿ ਲਈਏ ਕਿ ਕੌਮੀ ਕਿਸਾਨ ਦਿਵਸ ਨੂੰ ਜੇ ਆਪਾਂ ਚੀਰ ਫਾੜ ਵਜੋਂ ਲਈਏ ਤਾਂ ਭਾਜਪਾ ਸਰਕਾਰ, ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ, ਉਸ ਵੱਲੋਂ ਇੱਕ ਵੱਡੇ ਡੰਕੇ ਦੀ ਚੋਟ ਨਾਲ ਇਹ ਗੱਲ ਕਿਸਾਨੀ ਵਰਗ ਨੂੰ ਵਾਅਦੇ ਦੇ ਰੂਪ ਦੇ ਵਿੱਚ ਆਖੀ ਸੀ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਹੈ ਆਮਦਨ ਉਹ ਦੁੱਗਣੀ ਕਰ ਦਿੱਤੀ ਜਾਏਗੀ ਜਾਂ ਹੋ ਜਾਏਗੀ, ਜਦੋਂ ਕਿ ਹੁਣ ਸਿਰਫ ਇੱਕ ਹਫ਼ਤਾ ਹੀ 2022 ਨੂੰ ਨਿਬੜਨ ਦਾ ਬਾਕੀ ਰਹਿ ਗਿਆ ਹੈ। ਪਰੰਤੂ ਕਿਸਾਨ ਵਰਗ ਦੇ ਵਿੱਚ ਉਲਟਾ ਚਿੰਤਾ ਹੈ ਕਿ ਜਿਹੜੀ ਆਮਦਨ ਸੀਗਾ ਉਹਦੇ ਵਿੱਚ ਵੀ ਵੱਡਾ ਖੋਰਾ ਲੱਗ ਗਿਆ ਹੈ। ਦੁੱਗਣੀ ਆਮਦਨ ਤਾਂ ਕੀ ਹੋਣੀ ਸੀ, ਜਿਹੜੀ ਫਸਲ ਦੇ ਉੱਤੇ ਲਾਗਤ ਹੈ ਉਹਦੇ ਉੱਤੇ ਦੁੱਗਣਾ ਖਰਚਾ ਹੋ ਰਿਹਾ ਹੈ। ਇਸ ਨਾਲ ਜਿਹੜੀ ਆਮਦਨ ਸੀ ਉਹਦੇ ਵਿੱਚ ਵੱਡਾ ਖੋਰਾ ਲੱਗ ਰਿਹਾ ਹੈ। ਕਿਸਾਨੀ ਪੱਖ ਤੋਂ ਜਿਹੜੇ ਵੱਖ-ਵੱਖ ਕਿਸਾਨ ਸੰਘਰਸ਼ ਕਹਿ ਲਈਏ ਕਿ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਵੱਖ-ਵੱਖ ਹੋਰ ਰਾਜਾਂ ਦੇ ਵਿੱਚ ਜਿਹੜੇ ਹੁਣ ਇਸ ਵੇਲੇ ਛਿੜ ਰਹੇ ਹਨ, ਉਹਨਾਂ ਦੇ ਵਿੱਚ ਇੱਕ ਜਿਹੜੀ ਵੱਡੀ ਮੰਗ ਉੱਭਰ ਕੇ ਸਾਹਮਣੇ ਆ ਰਹੀ ਹੈ ਜਾਂ ਉਹ ਉਠਾਈ ਜਾ ਰਹੀ ਹੈ ਕਿ ਇਸ ਵੇਲੇ ਜ਼ਿਮੀਂਦਾਰ ਕਹਿ ਲਈਏ ਕਿ ਜਾਂ ਕਿਸਾਨ ਵੱਡੇ ਕਰਜ਼ੇ ਦੀ ਜਕੜ ਵਿੱਚ ਹੈ, ਉਸ ਦਾ ਕਰਜ਼ਾ ਮਾਫ ਕੀਤਾ ਜਾਵੇ। ਤੇ ਕਿਸਾਨ ਆਗੂ ਇਸ ਮੰਗ ਨੂੰ ਅਜਿਹੀ ਤਰਜ਼ ਨਾਲ ਵੀ ਉਠਾ ਰਹੇ ਹਨ ਕਿ ਜੇਕਰ ਹੋਰ ਸਰਮਾਏਦਾਰ ਵਰਗ ਨਾਲ ਜੁੜੇ ਲੋਕਾਂ ਦੇ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਜਿਹੜੇ ਬਕਾਏ ਹਨ, ਜਿਹੜੇ ਕਰਜ਼ੇ ਹਨ, ਕਿਸੇ ਨਾ ਕਿਸੇ ਤਰੀਕੇ ਉਹ ਮਾਫ ਕੀਤੇ ਜਾ ਰਹੇ ਹਨ, ਤੇ ਫਿਰ ਇਸ ਮਾਮਲੇ ਨੂੰ ਕਿਸਾਨਾਂ ਉੱਤੇ ਕਿਉਂ ਨਹੀਂ ਲਾਗੂ ਕੀਤਾ ਜਾਂਦਾ। ਕਿਸਾਨੀ ਕਰਜ਼ੇ ਦੀ ਗੱਲ ਕਰੀਏ ਤਾਂ 8 ਸਾਲ ਪਹਿਲਾਂ ਇੱਕ ਵਾਰ ਕਾਂਗਰਸ ਦੀ ਜਿਹੜੀ ਮਨਮੋਹਨ ਸਿੰਘ ਦੀ ਸਰਕਾਰ ਸੀ, ਉਸ ਵੱਲੋਂ ਦੇਸ਼ ਦੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਸੀ। ਦੱਸਿਆ ਜਾਂਦਾ ਕਿ ਉਸ ਸਕੀਮ ਦੇ ਵਿੱਚ 52,000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਸੀ, ਪਰੰਤੂ ਵੱਡੀ ਕਿਸਾਨੀ ਉਸ ਕਰਜ਼ਾ ਮਾਫੀ ਦੇ ਦਾਇਰੇ ਤੋਂ ਬਾਹਰ ਰਹਿ ਗਈ ਸੀ। ਫਿਰ ਵੀ ਛੋਟੀ ਕਿਸਾਨੀ ਨੂੰ ਉਸ
ਭਾਵੇਂ ਉਹ ਰਕਮ ਕਰਜ਼ੇ ਮਾਫੀ ਦੀ ਕੇਂਦਰੀ ਲਿਹਾਜ਼ ਤੋਂ ਬੜੀ ਛੋਟੀ ਸੀ, ਪਰੰਤੂ ਛੋਟੀ ਕਿਸਾਨੀ ਨੂੰ ਫਾਇਦਾ ਜ਼ਰੂਰ ਪੁੱਜਿਆ ਸੀ। ਪਰੰਤੂ ਉਸ ਮਗਰੋਂ ਹੁਣ ਵੀ 8-9 ਸਾਲ ਉਸ ਸਕੀਮ ਨੂੰ ਲੰਘਿਆ ਹੋ ਗਏ ਹੈ ਤਾਂ ਅਗਲੀ ਸਰਕਾਰ ਨੇ ਇਸ ਸੰਬੰਧੀ ਹਾਲੇ ਤੱਕ ਕਦੇ ਵੀ ਕੋਈ ਅੰਗੜਾਈ ਨਹੀਂ ਲਈ। ਸਿਆਸੀ ਲਿਹਾਜ਼ ਤੋਂ ਜੇਕਰ ਆਪਾਂ ਕਿਸਾਨੀ ਕਰਜ਼ੇ ਨੂੰ ਥੋੜਾ ਜਿਹਾ ਪਿੱਛੇ ਜਾ ਕੇ ਵੇਖੀਏ ਤਾਂ 2009 ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਲੋਕ ਸਭਾ ਦੀਆਂ ਚੋਣਾਂ ਵੇਲੇ ਦੇਸ਼ ਦੇ ਕਿਸਾਨਾਂ ਨਾਲ ਇੱਕ ਵਾਅਦਾ ਜ਼ਰੂਰ ਕੀਤਾ ਗਿਆ ਸੀ ਕਿ ਜੇਕਰ ਉਹ ਸੱਤਾ ਦੇ ਵਿੱਚ ਕਹਿ ਲਈਏ ਕਿ ਕੇਂਦਰੀ ਸੱਤਾ ਦੇ ਵਿੱਚ ਆਉਣਗੇ ਤਾਂ ਉਹ ਕਰਜ਼ਾਈ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹਦੇ ਉੱਤੇ ਲੀਕ ਫੇਰ ਦੇਣਗੇ, ਉਹਨੂੰ ਮਾਫ ਕਰ ਦੇਣਗੇ। ਪਰੰਤੂ ਉਸ ਵੇਲੇ ਇਹ ਜਿਹੜਾ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਮੁੱਦਾ ਸੀ ਉਹ ਜਾਂ ਤਾਂ ਭਖਿਆ ਨਹੀਂ ਸੀ ਜਾਂ ਫਿਰ ਲੋਕਾਂ ਨੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਉੱਤੇ ਵਿਸ਼ਵਾਸ ਨਹੀਂ ਸੀ ਕੀਤਾ। ਕਹਿ ਲਈਏ ਕਿ ਦੇਸ਼ ਦੀ ਕਿਸਾਨੀ ਵੱਲੋਂ ਸ਼ਾਇਦ ਉਸ ਵੇਲੇ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਤੇ ਨਾ ਕੀਤਾ ਗਿਆ ਹੋਵੇ, ਕਿਉਂਕਿ 2009 ਦੇ ਲੋਕ ਸਭਾ ਦੇ ਪਿੜ ਦੇ ਵਿੱਚ ਭਾਜਪਾ ਪਛੜ ਕੇ ਰਹਿ ਗਈ ਸੀ, ਜਦੋਂ ਕਿ ਅਗਲੀ ਸਰਕਾਰ ਕਾਂਗਰਸ ਜਾਂ ਉਹਦੀਆਂ ਹਮਾਇਤੀ ਧਿਰਾਂ ਦੀ ਬਣ ਗਈ ਸੀ, ਜਿਸ ਦੌਰਾਨ ਮਨਮੋਹਨ ਸਿੰਘ ਹੋਰਾਂ ਦੇ ਹੱਥ ਦੇਸ਼ ਦੀ ਵਾਗਡੋਰ ਆਈ ਸੀ। ਤੇ ਜੇਕਰ ਆਪਾਂ ਉਸ ਕਰਜ਼ਾ ਮਾਫੀ ਨੂੰ ਥੋੜਾ ਜਿਹਾ ਹੋਰ ਖੰਗੋਲੀਏ ਤਾਂ ਸ਼ਾਇਦ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਲੋਕ ਸਭਾ ਚੋਣਾਂ ਵੇਲੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨੀ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ, ਉਸ ਨੂੰ ਕੇਂਦਰ ਸਰਕਾਰ ਨੇ ਉਸ ਵੇਲੇ ਦੀ ਕਹਿ ਲਈਏ ਕਿ ਮਨਮੋਹਨ ਸਰਕਾਰ ਨੇ ਆਪਣੇ ਰੰਗ ਢੰਗ ਨਾਲ ਪਗਾਉਣ ਲਈ ਫਿਰ ਆਪਣੇ 2009 ਤੋਂ ਅਗਲੇ ਪੀਰੀਅਡ ਦੇ ਵਿੱਚ ਦੇਸ਼ ਦੇ ਛੋਟੇ ਕਿਸਾਨਾਂ ਲਈ ਕਰਜ਼ਾ ਮਾਫੀ ਸਕੀਮ ਲਿਆਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਦੇਸ਼ ਦੇ ਜਿਹੜੇ ਕਮਰਸ਼ੀਅਲ ਬੈਂਕ ਹਨ ਉਹਨਾਂ ਵੱਲ ਹੀ ਕਿਸਾਨੀ ਦਾ 18.5 ਲੱਖ ਕਰੋੜ ਰੁਪਈਆ ਇਸ ਵੇਲੇ ਕਰਜ਼ਾ ਖੜਾ ਹੈ। ਸਿਰਫ ਕਮਰਸ਼ੀਅਲ ਬੈਂਕਾਂ ਦੇ ਲਿਹਾਜ਼ ਤੋਂ ਹੀ ਜੇਕਰ ਗੱਲ ਕਰ ਲਈਏ, ਜਦੋਂ ਕਿ ਵੱਖ-ਵੱਖ ਤਰ੍ਹਾਂ ਦੇ ਹੋਰ ਕਈ ਵਪਾਰਕ ਬੈਂਕ ਜਾਂ ਖੇਤੀਬਾੜੀ ਨਾਲ ਜੁੜੇ ਹੋਰ ਦੇਸ਼ ਦੇ ਜਾਂ ਕੇਂਦਰ ਸਰਕਾਰ ਦੇ ਅਨੇਕਾਂ ਸਰਕਾਰੀ ਤੇ ਪ੍ਰਾਈਵੇਟ ਬੈਂਕ ਹਨ, ਜਿਨ੍ਹਾਂ ਦੇ ਹੇਠ ਵੀ ਕਿਸਾਨੀ ਕਰਜ਼ੇ ਦੀ ਵੱਡੀ ਰਕਮ ਇਸ ਵੇਲੇ ਖੜੀ ਹੋਈ ਹੈ। ਤੇ ਜੇਕਰ ਆਪਾਂ ਅੱਗੇ ਹੋਰ ਜਾਈਏ ਤਾਂ ਵੱਖ-ਵੱਖ ਸ਼ਾਹੂਕਾਰਾਂ ਦੇ ਹੇਠ ਵੀ ਕਿਸਾਨ ਇਸ ਵੇਲੇ ਕਰਜ਼ੇ ਦੀ ਜਕੜ ਹੇਠ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਇਸ ਵੇਲੇ ਕਿਸਾਨੀ ਕਰਜ਼ੇ ਦੀ ਗੱਲ ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਹੈ, ਕਿਉਂਕਿ ਕਿਸਾਨ ਨੂੰ ਕਿਸ ਤਰ੍ਹਾਂ ਉੱਪਰ ਉਠਾਉਣਾ ਹੈ, ਜਿਹੜੀਆਂ ਸਰਕਾਰੀ ਸਕੀਮਾਂ ਹਨ ਉਸ ਪੱਧਰ ਉੱਤੇ ਸਥਾਈ ਤੌਰ ਤੇ ਹਾਲੇ ਤਾਈਂ ਲਾਗੂ ਨਹੀਂ ਹੋ ਰਹੀਆਂ। ਕਹਿ ਲਈਏ ਕਿ ਕਿਸਾਨ ਨੂੰ, ਦੇਸ਼ ਭਰ ਦੇ ਕਿਸਾਨ ਨੂੰ ਸਾਰੀਆਂ ਫਸਲਾਂ ਉੱਤੇ ਗਰੰਟਡ MSP ਨਹੀਂ ਮਿਲ ਰਿਹਾ, ਭਾਵ ਕਿ ਫਸਲ ਦਾ ਜਿਹੜਾ ਸਰਕਾਰੀ ਖਰੀਦ ਦਾ ਜਿਹੜਾ ਤੰਤਰ ਮੰਤਰ ਹੈ ਉਹ ਵੀ ਕਿਸਾਨ ਹਾਸਲ ਨਹੀਂ ਕਰ ਰਿਹਾ। ਸਿਰਫ ਪੰਜਾਬ ਦੇ ਵਿੱਚ ਹੀ ਕੁਝ ਫਸਲਾਂ ਉੱਤੇ MSP ਇਸ ਵੇਲੇ ਲਾਗੂ ਹੈ, ਜਦੋਂ ਕਿ ਇਹ ਸਾਰਾ ਮਾਮਲਾ ਕਾਨੂੰਨੀ ਗਰੰਟੀ ਵਜੋਂ ਦੇਸ਼ ਭਰ ਦੇ ਕਿਸਾਨਾਂ ਉੱਤੇ ਲਾਗੂ ਹੋਣ ਦੀ ਇਸ ਵੇਲੇ ਕਿਸਾਨੀ ਧਿਰ ਵੱਲੋਂ ਵੱਡੇ ਪੱਧਰ ਉੱਤੇ ਮੰਗ ਵੀ ਉੱਠ ਰਹੀ ਹੈ। ਤੇ ਜੇਕਰ ਆਪਾਂ ਖੇਤਾਂ ਵੱਲ ਜਾਂ ਪੈਲੀਆਂ ਦੇ ਵੱਟ ਬਣਨੇ ਵੱਲ ਗੇੜਾ ਲਾਈਏ ਤਾਂ ਇਸ ਵੇਲੇ ਦੇਸ਼ ਭਰ ਦਾ ਕਿਸਾਨ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਦੇ ਰਾਹ ਵੀ ਪਿਆ ਹੋਇਆ ਹੈ। ਗੱਲ ਕਰ ਲਈਏ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਇਹ ਵਰਤਾਰਾ ਵੱਡੇ ਪੱਧਰ ਉੱਤੇ ਹੈ। ਤੇ ਅਫਸੋਸ ਕਿ ਕੇਂਦਰ ਸਰਕਾਰ ਵੱਲੋਂ ਜਾਂ ਕਹਿ ਲਈਏ ਕਿ ਰਾਜ ਸਰਕਾਰਾਂ ਵੱਲੋਂ ਇਸ ਮਾਮਲੇ ਦੇ ਹੱਲ ਲਈ ਹਾਲੇ ਤਾਈਂ ਕੋਈ ਸਥਾਈ ਫੈਸਲੇ ਜਾਂ ਸਥਾਈ ਸਕੀਮਾਂ ਲਾਗੂ ਨਹੀਂ ਕੀਤੀਆਂ, ਜਿਸ ਨਾਲ ਇਹ ਵਰਤਾਰਾ ਘਟਣ ਦੀ ਬਜਾਏ ਬਲਕਿ ਹਰ ਸਾਲ ਵੱਧ ਰਿਹਾ ਹੈ, ਕਿਉਂਕਿ ਜਿਹੜਾ ਕਿਸਾਨ ਹੈ ਉਹ ਕਰਜ਼ੇ ਦੀ ਜਕੜ ਹੇਠ ਹਰ ਸਾਲ ਵੱਡੇ ਪੱਧਰ ਉੱਤੇ ਵੱਡੀ ਫੀਸਦੀ ਨਾਲ ਵੱਧ ਰਿਹਾ ਹੈ। ਇਸ ਵੇਲੇ ਦੇਸ਼ ਭਰ ਦੇ ਕਰਜ਼ਈ ਕਿਸਾਨਾਂ ਦੀਆਂ ਨਜ਼ਰਾਂ ਇਸ ਵੇਲੇ ਦੀ ਹੁਕੂਮਤ ਜਾਂ ਹੁਕਮਰਾਨ ਧਿਰ ਭਾਰਤੀ ਜਨਤਾ ਪਾਰਟੀ ਉੱਤੇ ਲੱਗੀਆਂ ਹੋਈਆਂ ਹਨ। ਕਹਿ ਲਈਏ ਕਿ ਪੀੜਤ ਕਿਸਾਨੀ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਹੁਕਮਰਾਨ ਧਿਰ ਭਾਜਪਾ ਉੱਤੇ ਟਿਕੀਆਂ ਹੋਈਆਂ ਹਨ, ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਹੜੇ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਤੇ ਕਾਂਗਰਸ ਵੱਲੋਂ ਹੀ ਉਹ ਪੰਜਾਬ ਦੇ 2 ਵਾਰ ਮੁੱਖ ਮੰਤਰੀ ਰਹੇ, ਹੁਣ ਉਹਨਾਂ ਨੇ ਸਿਆਸੀ ਤੌਰ ਤੇ ਪਾਲਾਬੰਦੀ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਅਪਣਾ ਲਿਆ। ਭਾਰਤੀ ਜਨਤਾ ਪਾਰਟੀ ਨੇ ਵੀ ਉਹਨਾਂ ਨੂੰ ਵੱਡਾ ਮਾਣ ਦੇ ਕੇ ਕੌਮੀ ਕਾਰਜਕਾਰਨੀ ਦੇ ਵਿੱਚ ਸ਼ਮੂਲੀਅਤ ਉਹਨਾਂ ਦੀ ਬਣਾ ਦਿੱਤੀ ਗਈ ਹੈ।
ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀ ਚੋਣ ਪਿੜ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡਾ ਵਾਅਦਾ ਕੀਤਾ ਸੀ, ਕਹਿ ਲਈਏ ਕਿ ਚੋਣ ਵਾਅਦਾ, ਕਿ ਜੇਕਰ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਪੰਜਾਬ ਦੇ ਸਾਰੇ ਕਿਸਾਨਾਂ ਦਾ ਹਰ ਵਰਗ ਦਾ, ਕਹਿ ਲਈਏ ਕਿ ਬੈਂਕਾਂ ਦਾ, ਸ਼ਾਹੂਕਾਰਾਂ ਦਾ, ਜਿਸ ਤਰ੍ਹਾਂ ਦਾ ਵੀ ਉਹ ਕਰਜ਼ਾ ਹੈ ਉਹ ਮਾफ़ ਕੀਤਾ ਜਾਏਗਾ। ਉਹਦੇ ਉੱਤੇ ਸਰਕਾਰੀ ਲਿਹਾਜ਼ ਤੋਂ ਲੀਕ ਫੇਰ ਦਿੱਤੀ ਜਾਏਗੀ। ਲਿਹਾਜ਼ਾ ਵੱਡੀ ਗਿਣਤੀ ਕਿਸਾਨੀ ਵਰਗ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਭੁਗਤੀ। ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਦੂਜੀ ਵਾਰ ਸ਼ਾਸਕ ਬਣੇ, ਪਰੰਤੂ ਸ਼ਾਸਕ ਬਣ ਮਗਰੋਂ ਉਹਨਾਂ ਦੇ ਵਿੱਚ ਕਿਸਾਨੀ ਕਰਜ਼ੇ ਦਾ ਜਿਹੜਾ ਵਾਅਦਾ ਸੀ ਉਹ ਪਗਾਉਣ ਦੀ ਹਿੰਮਤ ਨਾ ਰਹੀ। ਸ਼ਾਇਦ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਨਾ ਹੀ ਜੇ ਆਪਾਂ ਸਟੇਟ ਪੱਧਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਕੋਲ ਅਜਿਹਾ ਕੋਈ ਵਿੱਤੀ ਤੌਰ ਉੱਤੇ ਪ੍ਰਬੰਧ ਸੀ ਕਿ ਉਹ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾफ़ ਕਰ ਸਕਦੇ। ਹਾਲਾਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਉੱਤੇ ਇਕੱਲੇ ਪੰਜਾਬ ਦੇ ਕਿਸਾਨਾਂ ਦੀਆਂ ਹੀ ਨਜ਼ਰਾਂ ਨਹੀਂ ਟਿਕੀਆਂ ਹੋਈਆਂ ਸਨ, ਬਲਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੀਆਂ ਵੀ ਇਸ ਗੱਲੋਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਮੁੱਖ ਮੰਤਰੀ ਤਾਂ ਬਣ ਗਏ ਹਨ, ਅਗਲਾ ਫੈਸਲਾ ਉਹਨਾਂ ਦਾ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਹੋਵੇਗਾ। ਪਰੰਤੂ ਉਹਨਾਂ 4.5 ਸਾਲ, ਕਹਿ ਲਈਏ ਕਿ ਪਿਛਲੇ ਕਾਰਜਕਾਲ ਦੇ ਵਿੱਚ ਰਾਜ ਪੰਜਾਬ ਦਾ ਸੰਭਾਲੀ ਰੱਖਿਆ, ਪਰੰਤੂ ਵਾਅਦਾ ਨਹੀਂ ਨਿਭਾਇਆ। ਹੁਣ ਕੈਪਟਨ ਅਮਰਿੰਦਰ ਸਿੰਘ ਉੱਤੇ ਪੰਜਾਬ ਦੇ ਕਿਸਾਨਾਂ, ਕਹਿ ਲਈਏ ਕਿ ਦੇਸ਼ ਦੇ ਕਿਸਾਨਾਂ ਦੀਆਂ ਇੱਕ ਵਾਰ ਫਿਰ ਨਜ਼ਰਾਂ ਟਿਕੀਆਂ ਕਿ ਉਹ ਹੁਣ ਹੁਕਮਰਾਨ ਧਿਰ ਜਿਹੜੀ ਕੇਂਦਰ ਦੇ ਵਿੱਚ ਹੈ, ਭਾਰਤੀ ਜਨਤਾ ਪਾਰਟੀ ਦੇ ਉਹ ਵੱਡੇ ਆਗੂ ਬਣੇ ਹਨ। ਤੇ ਜਿਹੜਾ ਉਹਨਾਂ ਨੇ ਕਿਸਾਨੀ ਨਾਲ 2017 ਦੇ ਵਿੱਚ ਵਾਅਦਾ ਕੀਤਾ ਸੀ, ਜੇਕਰ ਉਹ ਭਾਜਪਾ ਉੱਤੇ ਇੱਕ ਪ੍ਰੈਸ਼ਰ ਬਿਲਡ ਕਰਨ, ਜ਼ੋਰ ਪਾਉਣ ਕਿ ਜਿਹੜਾ 2024 ਦੀ ਲੋਕ ਸਭਾ ਪਿੜ ਤੋਂ ਪਹਿਲਾਂ ਭਾਜਪਾ ਦੇਸ਼ ਦੇ ਕਿਸਾਨਾਂ ਨਾਲ ਕਰਜ਼ਾ ਮਾਫੀ ਦੀ ਮੁੜ ਗੱਲ ਕਰੇ, ਜਿਹੜੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ 2009 ਦੇ ਵਿੱਚ ਕਰ ਵੀ ਲਈ ਸੀ। ਤੇ ਸ਼ਾਇਦ ਜਿਹੜਾ ਕਿਸਾਨ ਵਰਗ ਨੂੰ ਵੱਡੀ ਰਾਹਤ ਮਿਲ ਸਕਦੀ ਹੈ, ਕਿਉਂਕਿ ਇਸ ਵੇਲੇ ਕਿਸਾਨ ਆਗੂਆਂ ਦੀ ਜੇਕਰ ਆਪਾਂ ਗੱਲ ਛੂਹੀਏ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਕਿਸਾਨ ਦਾ ਕਰਜ਼ਾ ਮਾਫੀ ਕਰਨ ਦੀ ਕੋਈ ਸਿਆਸੀ ਤੌਰ 'ਤੇ ਜ਼ਰੂਰਤ ਕਰ ਸਕਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੀ ਹੈ। ਤੇ ਇਸ ਵੇਲੇ ਪੰਜਾਬ ਦੇ ਵੀ ਵੱਡੀ ਗਿਣਤੀ ਵੱਖ-ਵੱਖ ਰਾਜਸੀ ਧਿਰਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਬੇੜੇ ਦੇ ਵਿੱਚ ਸਵਾਰ ਵੀ ਹੋ ਰਹੇ ਹਨ। ਹੁਣ ਅੱਗੇ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਲਾਣਾ ਬਾਣਾ ਹੈ ਇਸ ਵੇਲੇ ਕਾਂਗਰਸ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਬੇੜੇ ਦੇ ਵਿੱਚ ਹੈ, ਤੇ ਕੀ ਭਾਰਤੀ ਜਨਤਾ ਪਾਰਟੀ ਨੂੰ ਉਹ ਇਹ ਕਨਵਿੰਸ ਕਰਵਾ ਸਕਣਗੇ ਕਿ ਕਿਸਾਨੀ ਇਸ ਵੇਲੇ ਵੱਡੇ ਕਰਜ਼ੇ ਦੀ ਜਕੜ ਦੇ ਵਿੱਚ ਹੈ। ਤੇ ਉਹਨਾਂ ਨੇ ਵੀ 2017 ਦੇ ਵਿੱਚ ਵਾਅਦਾ ਕੀਤਾ ਸੀ, ਭਾਰਤੀ ਜਨਤਾ ਪਾਰਟੀ ਨੇ ਵੀ ਕਿਸਾਨਾਂ ਨਾਲ ਇੱਕ ਵਾਰੀ ਵਾਅਦਾ ਕਰ ਲਿਆ ਸੀ, ਤਾਂ ਇੱਕ ਵਾਰ ਫਿਰ ਕਿਸਾਨਾਂ ਦੀ ਅਜ਼ਮਾਇਸ਼ ਉੱਤੇ ਪਾਰਟੀ ਨੂੰ ਲੋਕ ਸਭਾ ਪਿੜ ਦੇ ਵਿੱਚ ਨਿੱਤਰਨਾ ਚਾਹੀਦਾ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ 2014 ਤੇ 2019 ਦੇ ਵਿੱਚ ਹਿੰਦੂ ਪੱਤਾ, ਕਹਿ ਲਈਏ ਕਿ ਹਿੰਦੂ ਪੱਤੇ ਉੱਤੇ ਦੇਸ਼ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸਨ ਉਹ ਵੱਡੇ ਮਹਾਜ ਨਾਲ ਜਿੱਤੀਆਂ। ਤੇ ਇਸ ਵੇਲੇ ਸੂਤਰ ਜਾਂ ਕਹਿ ਲਈਏ ਕਿ ਭਾਜਪਾ ਦੇ ਆਗੂ ਇਹ ਗੱਲ ਜ਼ਰੂਰ ਕਹਿ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਹੁਣ ਲਗਾਤਾਰ ਤੀਜੀ ਵਾਰ ਰਾਜ ਭਾਗ ਸੰਭਾਲਣ ਲਈ ਵੱਡੀ ਚਿੰਤਾ ਦੇ ਵਿੱਚ ਹੈ ਕਿ ਹੁਣ ਹਿੰਦੂ ਪੱਤਾ ਅਪਣਾਇਆ ਜਾਵੇ ਜਾਂ ਕਿਸਾਨ ਵਰਗ ਦੀ ਜਿਹੜੀ ਗੱਲ ਹੈ ਉਸ ਨੂੰ ਇੱਕ ਸਿਆਸੀ ਪੱਤੇ ਦੇ ਵਿੱਚ ਲੈ ਕੇ ਲੋਕਾਂ ਦੇ ਵਿੱਚ ਜਾਇਆ ਜਾਵੇ, ਕਿਉਂਕਿ 2024 ਦਾ ਪੇੜ ਪਖਣ ਦੇ ਵਿੱਚ ਹੁਣ ਵਿਚਕਾਰਲਾ ਸਾਲ ਸਿਰਫ 2023 ਹੀ ਰਹਿ ਗਿਆ ਹੈ ਤੇ ਇਹ ਸਾਲ ਵੀ ਹੁਣ ਕੁਝ ਦਿਨਾਂ ਦੇ ਵਿੱਚ ਹੀ ਗੁਜ਼ਰਨ ਵਾਲਾ ਹੈ। ਉਧਰ ਆਪਾਂ ਵਿਰੋਧੀ ਧਿਰ ਕਾਂਗਰਸ ਦੀ ਗੱਲ ਕਰ ਲਈਏ। ਕਾਂਗਰਸ ਲਗਾਤਾਰ ਪਿਛਲੇ ਦੋ ਜਿਹੜੇ ਕੌਮੀ ਪਿੜ ਸਨ, ਕਹਿ ਲਈਏ ਕਿ 2014 ਤੇ 2019 ਦਾ, ਉਹਦੇ ਵਿੱਚੋਂ ਬੁਰੀ ਤਰ੍ਹਾਂ ਪਛੜ ਕੇ ਰਹਿ ਗਈ ਤੇ ਅਗਲੇ ਪਿੜ ਦੀ ਤਿਆਰੀ ਲਈ ਕਾਂਗਰਸ ਵੱਲੋਂ ਇਸ ਵੇਲੇ ਦੇਸ਼ ਵਿਆਪੀ ਸਿਆਸੀ ਲਹਿਰ, ਕਹਿ ਲਈਏ ਕਿ ਭਾਰਤ ਜੋੜੋ ਯਾਤਰਾ ਵੱਡੇ ਪੱਧਰ ਉੱਤੇ ਆਰੰਭੀ ਹੋਈ ਹੈ। ਤੇ ਕਾਂਗਰਸੀ ਆਗੂਆਂ ਦੀ ਜੇਕਰ ਮੰਨੀਏ ਤਾਂ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਕਾਂਗਰਸ ਅਗਲੇ 2024 ਦੇ ਪਿੜ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦੇਵੇਗੀ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਏਗੀ ਤਾਂ
ਜਿਹੜਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪਿਛਲੀ ਵਾਰ ਜਿਵੇਂ ਕਰਜ਼ਾ ਮਾਫ ਕੀਤਾ ਸੀ, ਉਸੇ ਤਰਜ਼ ਉੱਤੇ ਮੁੜ ਇੱਕ ਵਾਰ ਫੇਰ ਦੇਸ਼ ਦੇ ਕਿਸਾਨਾਂ ਦਾ ਬਲਕਿ ਉਸ ਨਾਲੋਂ ਵੀ ਵੱਡੇ ਪੱਧਰ ਉੱਤੇ ਕਰਜ਼ਾ ਮਾਫੀ ਦੀ ਸਕੀਮ ਲਿਆਂਦੀ ਜਾਏਗੀ। ਖੈਰ, ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਹਰ ਵਰਗ ਨਾਲ ਵਾਅਦੇ ਕਰਦੀਆਂ, ਪਰੰਤੂ ਗੱਲ ਤਾਂ ਇਹ ਹੈ ਕਿ ਸੱਤਾ ਦੇ ਵਿੱਚ ਕਿਹੜੀ ਧਿਰ ਕਿਹੜੇ ਵਾਅਦੇ ਪਗਾਉਂਦੀ ਹੈ। ਹੁਣ ਵੇਖਣਾ ਹੋਵੇਗਾ ਕਿ ਜਿਹੜਾ ਕਿਉਂਕਿ ਆਪਾਂ ਗੱਲ ਕਰ ਰਹੇ ਸੀ ਕੌਮੀ ਕਿਸਾਨ ਦਿਵਸ ਦੀ, ਉਹਦੀ ਮਹੱਤਤਾ ਉੱਤੇ ਕਿਹੜੀ ਸਰਕਾਰ ਖਰੀ ਉਤਰੇਗੀ। ਕਿ ਜਿਹੜਾ ਕੌਮੀ ਕਿਸਾਨ ਦਿਵਸ ਹੈ ਇਸੇ ਤਰ੍ਹਾਂ ਹੀ ਚੁੱਪਚਾਪ ਸ਼ਾਂਤ ਹਰ ਵਾਰ ਲੰਘਿਆ ਕਰੇਗਾ, ਜਾਂ ਸਰਕਾਰਾਂ ਇਸ ਉੱਤੇ ਕੋਈ ਅਹਿਦ ਲਿਆ ਕਰਨਗੀਆਂ। ਇਸ ਗੱਲ ਨੂੰ ਉਭਾਰਿਆ ਜਾਏਗਾ ਕਿ ਕਿਸਾਨ ਦੀ ਵੀ ਇੱਕ ਵੱਡੀ ਇੰਪੋਰਟੈਂਸ ਹੀ ਹੈ। ਕਿਸਾਨ ਜਿਸ ਨੂੰ ਇੱਕ ਅੰਨਦਾਤਾ ਕਿਹਾ ਜਾਂਦਾ ਹੈ, ਉਸ ਦੀ ਵੀ ਇੱਕ ਪੂਜਾ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਹੁਣੀ ਇੱਕ ਫੈਸਲਾ ਲਿਆ ਹੈ ਕਿ ਅਗਲੇ 1 ਸਾਲ ਹੋਰ ਦੇਸ਼ ਦੇ ਗਰੀਬਾਂ ਨੂੰ ਮੁਫਤ ਰਾਸ਼ਨ ਸਪਲਾਈ ਜਿਹੜੀ ਸਕੀਮ ਹੈ ਉਹ ਜਾਰੀ ਰੱਖੀ ਜਾਏਗੀ, ਤੇ ਇਸ ਸਕੀਮ ਦੇ ਵਿੱਚ 81.35 ਕਰੋੜ ਗਰੀਬ ਲੋਕ ਫਾਇਦਾ ਲੈਣਗੇ। ਤੇ ਜੇਕਰ ਆਪਾਂ ਕਹਿ ਲਈਏ ਕਿ ਜਿਹੜਾ ਇਹ ਅੰਨ ਹੈ ਗਰੀਬਾਂ ਨੂੰ ਮੁਫਤ ਮਿਲੇਗਾ, ਤਾਂ ਇਸ ਅੰਨ ਨੂੰ ਉਗਾਉਣ ਪਿੱਛੇ ਕੌਣ ਖੜਾ ਹੈ? ਦੇਸ਼ ਦਾ ਅੰਨਦਾਤਾ ਕਿਸਾਨ। ਤੇ ਕਿਸਾਨਾਂ ਵੱਲੋਂ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਕੌਮੀ ਕਿਸਾਨ ਦਿਵਸ ਹੈ ਉਸ ਨੂੰ ਸਰਕਾਰਾਂ ਨਾ ਭੁੱਲਣ, ਬਲਕਿ ਉਹਦੀ ਸਦੀਵੀ ਯਾਦ ਹਮੇਸ਼ਾ ਬਣਾਈ ਰੱਖਣ। ਅੱਜ ਦੇ ਅਜਿਹੇ ਵਿਸ਼ਲੇਸ਼ਣ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ। ਈ ਮਿਸ਼ਨ ਪੰਜਾਬੀ।